ਜੋ ਕਿ ਸੋਰਠ ਰਾਗ ਦੇ ਵਿੱਚ 614 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਜੀ ਇਸ ਸ਼ਬਦ ਦੇ ਅੰਦਰ ਆਪਣੇ ਆਪ ਨੂੰ ਰੱਬ ਦੇ ਪਿਆਰਿਆਂ ਦੇ ਆਪਣੇ ਆਪ ਨੂੰ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਤੇ ਰੱਬ ਦੇ ਪਿਆਰਿਆਂ ਨੂੰ ਆਪਣੀ ਗਲ ਦਾ ਗਹਿਣਾ, ਆਪਣੀ ਓਟ ਤੇ ਆਪਣਾ ਸਹਾਰਾ, ਆਪਣੀ ਪੂੰਜੀ, ਆਪਣਾ ਖਜ਼ਾਨਾ, ਆਪਣਾ ਭੰਡਾਰਾ, ਆਪਣਾ ਸਰਮਾਇਆ ਦੱਸ ਰਹੇ ਨੇ। ਤੇ ਦੱਸ ਰਹੇ ਨੇ ਐਸੇ ਰੱਬ ਦੇ ਪਿਆਰਿਆਂ ਦੇ ਨਾਲ ਸੰਬੰਧ ਜੋੜ ਕੇ ਹੀ ਮਨ ਤੇ ਪਏ ਹੋਏ ਧੋਖੇ, ਭਰਮ, ਅਗਿਆਨਤਾ ਮੇਰੀ ਦੂਰ ਹੋਈ ਆ। ਤੇ ਜਿਹੜਾ ਸਾਜਿਆ ਹੋਇਆ ਵਾਹਿਗੁਰੂ ਦਾ ਨਿਯਮ ਆ, ਧਰਮ ਆ, ਉਹਦੀ ਜਿਹੜੀ ਮਰਿਆਦਾ ਵਾ, ਉਹ ਵਾਲੇ ਲੇਖ ਵੀ ਫਟ ਗਏ ਨੇ ਉਹਨਾਂ ਦੀ ਸੰਗਤ ਕਰਨ ਕਰਕੇ। ਤੇ ਮਹਾ ਆਨੰਦ ਦੀ ਪ੍ਰਾਪਤੀ ਹੋਈ ਆ ਸਾਧੂਆਂ ਦੇ ਸੰਗ ਰਹਿ ਕੇ, ਤੇ ਵਿਸਮਾਦ ਅਵਸਥਾ ਪ੍ਰਾਪਤ ਹੋਈ ਆ। ਮਨ ਜਿਹੜਾ ਰਤਿਆ ਗਿਆ ਹੈ, ਰੰਗਿਆ ਗਿਆ ਹੈ ਲਾਲ ਰੰਗ ਦੇ ਵਿੱਚ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਆ ਸੰਗ ਕਰਕੇ ਗੁਰੂ ਦੇ ਪਿਆਰਿਆਂ ਦਾ ਜਾਂ ਗੁਰੂ ਦਾ, ਰਹਿਬਰਾਂ ਦਾ, ਪੀਰਾਂ ਦਾ, ਫਕੀਰਾਂ ਦਾ। ਸੋਰਠ ਮਹੱਲਾ ਪੰਜਵਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, संत हमारी ओट सतानी, संत हमारा गहना। गुरु अर्जन देव जी कहते मैं रब दे प्यारियां दी चरणां दी धूड़ी हाँ, ते मैनू केवल उन्हां दा ही सहारा, उन्हां दे नाल रह के मैनू सुकून दी प्राप्ति हुंदी है। हम संतन की रेन प्यारे, हम संतन की सरना। मैं साधु जना दे चरणां दी धूड़ी लोचदा हाँ। किहड़ी धूड़ी दी गुरु जी ने गल कीती है? असल च जो कहंदे ने गुरु जी उहनूं मन लैना ही, गुरु दी धूड़ मत्थे ते लाउणा हुंदा। जो गुरु साहब सानूं समझाउंदे ने उसनूं समझ लैना, मन लेना ही गुरु दी असली धूड़ी प्राप्त करनी हुंदी है। हम संतन की सरना। मैं अपने गुरु दी चरणां दी धूड़ी लोचदा हाँ, ते उन्हां दी चरणां दी धूड़ी दे समान हाँ। हम संतन की सरना। ते जदों ही मैनूं किते लोड़ पैंदी आ, माड़ा समां आउंदा, औखा वेला आउंदा, उदों मैं आप जी की शरण आउंदा हाँ। संत हमारी ओट सतानी, संत हमारा गहना। हे वाहिगुरु सच्चे पातशाह गुरु जी, मैनू केवल ते केवल तुहाडी ही ओट आ, मेरा सहारा तुसी ही हो, तुसी ही मेरे गल दा गहना हो। जिमें कि आम आख्या जाता है, पहिनन वाले जिहड़े गहने पहनते ने उहदे नाल उन्हां नूं लगदा कि उन्हां दी सुंदरता ते उन्हां दी शोभा वध गई आ। इवें महाराज कहंदे मैनूं दुनियावी गहणियां दी लोड़ नहीं। सोने नूं घड़ के गहने पाउंदे हन लोग, चांदी नूं घड़ के पाउंदे ने जां आर्टिफिशल ने। कहते मेरा गुरु ही बहुत आ मेरे लिए, मेरा गुरु राणी हार तो घट नहीं, वही मेरा गहना है, मैनू किसी होर गहने की लोड़ नहीं। संत हमारी ओट सतानी, संत हमारा गहना। जिन्हों गल च परो के मैं बहुत सोहना लगदा हाँ, मेरे काम सोहने हो जाते हैं।
ਆਮ ਦੇਖਿਆ ਜਾਂਦਾ ਦੁਨੀਆ ਦੇ ਲੋਕ ਜਿਹੜੇ ਨੇ, ਇੱਕ ਵਿਦਵਾਨ ਵੀ ਲਿਖਦਾ ਹੈ, ਬਹੁਤੀਆਂ ਛਾਪਾਂ ਛੱਲੇ ਪਾਉਣਾ ਉਂਗਲੀ ਦੇ ਵਿੱਚ ਕੋਈ ਬਾਹਲੀ ਸਿਆਣਪ ਦੀ ਗੱਲ ਨਹੀਂ ਹੁੰਦੀ। ਬਹੁਤ ਜ਼ਿਆਦਾ ਹਾਰ ਸ਼ਿੰਗਾਰ ਕਰਨਾ, ਇਹਦੇ ਨਾਲ ਬੰਦਾ ਕਹਿੰਦੇ ਸੁੰਦਰ ਨਹੀਂ ਸਗੋਂ ਕੋਝਾ ਲੱਗਦਾ ਹੈ, ਸੋਹਣਾ ਨਹੀਂ ਲੱਗਦਾ। ਗੁਰੂ ਮਹਾਰਾਜ ਕਹਿੰਦੇ ਮੈਨੂੰ ਕਿਸੇ ਪ੍ਰਕਾਰ ਦੇ ਗਹਿਣੇ ਦੀ ਲੋੜ ਨਹੀਂ, ਸਾਦਗੀ ਵਾਲਾ ਮੇਰਾ ਜੀਵਨ ਆ, ਪਰ ਰੱਬ ਦੇ ਪਿਆਰੇ ਮੇਰਾ ਅਸਲ ਗਹਿਣਾ ਨੇ। ਮੈਨੂੰ ਚਾਂਦੀ ਘੜ ਕੇ ਪਾਉਣ ਦੀ ਲੋੜ ਨਹੀਂ, ਮੈਨੂੰ ਸੋਨੇ ਦੇ ਗਹਿਣੇ ਪਾਉਣ ਦੀ ਲੋੜ ਹੀ ਨਹੀਂ ਪਈ, ਗੁਰੂ ਹੀ ਮੇਰਾ ਗਹਿਣਾ। ਹਮ ਸੰਤਨ ਸਿਉ ਬਣਾਈ, ਪੂਰਬ ਲਿਖਿਆ ਪਾਈ। ਕਹਿੰਦੇ ਐਸੇ ਰੱਬ ਦੇ ਪਿਆਰਿਆਂ ਦੇ ਸੰਗ ਬਣਾਈ ਆ ਮੇਰੀ ਜਿਹੜੀ ਰੂਹ ਆ, ਐਸੇ ਪਿਆਰਿਆਂ ਦੇ ਸੰਗ ਬਣਾਇਆ ਹੈ ਮੇਰਾ ਮੇਲ ਮਿਲਾਪ ਹੋ ਗਿਆ। ਇਹ ਸਭ ਕਿਵੇਂ ਹੋਇਆ? ਪੂਰਬ ਲਿਖਿਆ ਪਾਈ। ਜੋ ਮੈਂ ਪਿੱਛੇ ਕੰਮ ਕੀਤੇ ਨੇ, ਕਰਮ ਕੀਤੇ ਨੇ, ਉਹਦੇ ਕਰਕੇ ਹੀ ਮੈਨੂੰ ਅੱਗੇ ਵਾਲਾ ਜਿਹੜਾ ਜੀਵਨ ਆ ਉਹ ਇਹੋ ਜਿਹਾ ਮਿਲਿਆ ਜੋ ਮੈਂ ਪਿੱਛੇ ਕਰਕੇ ਆਇਆ ਹਾਂ। ਦੇਖੋ, ਜੇ ਤੁਸੀਂ ਅੱਜ ਜੋ ਕਰ ਰਹੇ ਹੋ, ਜੇ ਉਹ ਮਾੜਾ ਹੋਵੇਗਾ, ਗਲਤ ਹੋਵੇਗਾ, ਤਾਂ ਆਉਣ ਵਾਲਾ ਸਮਾਂ ਜਦੋਂ ਇਹ ਫਲ ਜਿਹੜਾ ਤੁਸੀਂ ਅੱਜ ਬੀਜ ਰਹੇ ਹੋ ਪੁੰਗਰੇਗਾ, ਉੱਗੇਗਾ, ਤਾਂ ਤੁਹਾਨੂੰ ਦੁੱਖ ਝੱਲਣੇ ਪੈਣਗੇ। ਜੇ ਤੁਸੀਂ ਆਪਣੇ ਕੱਲ੍ਹ ਨੂੰ ਸੁਖਦ ਭਰਿਆ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਅੱਜ ਨੂੰ ਠੀਕ ਕਰਨਾ ਪਵੇਗਾ। ਗੁਰੂ ਮਹਾਰਾਜ ਕਹਿੰਦੇ ਹਮ ਸੰਤਨ ਸਿਉ ਬਣਾਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਪਾਈ। ਕਹਿੰਦੇ ਅਸੀਂ ਨਾਮ ਦੇ ਜਿਹੜੇ ਪੂਰਬਲੇ ਕਰਮ ਨੇ, ਪਿੱਛੇ ਬੀਤ ਚੁੱਕੇ ਕੱਲ ਦੇ ਵਿੱਚ ਜੋ ਮੈਂ ਕਰਕੇ ਆਇਆ ਉਹ ਮੈਂ ਸਹੀ ਕੀਤੇ ਸਨ, ਤਾਂ ਹੀ ਮੇਰਾ ਤੁਹਾਡੇ ਨਾਲ ਮੇਲ ਹੋਇਆ। ਗੁਰੂ ਜੀ, ਇਹ ਮਨ ਤੇਰਾ ਭਾਈ, ਇਹ ਜਿਹੜਾ ਮਨ ਸੀ ਮੈਂ ਤੁਹਾਨੂੰ ਸੌਂਪ ਕੇ ਤੁਹਾਡਾ ਹੀ ਹੋ ਗਿਆ ਹਾਂ। ਅੱਗੇ ਕਹਿੰਦੇ ਨੇ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਜਦੋਂ ਮੈਂ ਗੁਰੂ ਦੇ ਕੋਲ ਆਇਆ ਹਾਂ ਉਦੋਂ ਦਾ ਹੀ ਮੈਨੂੰ ਕੁਝ ਅਜਿਹਾ ਸਿੱਖਣ ਨੂੰ ਮਿਲਿਆ ਜਿਹਨੂੰ ਜ਼ਿੰਦਗੀ 'ਚ ਮੈਂ ਕਮਾ ਕੇ, ਜਿਹਨੂੰ ਜ਼ਿੰਦਗੀ 'ਚ ਮੈਂ ਹੰਢਾ ਕੇ ਵਰਤ ਕੇ ਬਹੁਤ ਲਾਭ ਜਿਹੜਾ ਵਪਾਰ ਵਿੱਚ ਖੱਟਿਆ। ਸਾਹਾਂ ਦੀ ਸਹੀ ਵਰਤੋਂ ਕਰਕੇ, ਸਦ ਵਰਤੋਂ ਕਰਕੇ, ਹਰ ਭਗਤ ਭਰੇ ਭੰਡਾਰਾ। ਮੈਂ ਉਹ ਖਜ਼ਾਨੇ ਵਰਤੇ ਨੇ ਜਿਹੜੇ ਸਾਂਭੇ ਪਏ ਨੇ, ਜਿਨ੍ਹਾਂ ਨੂੰ ਦੁਨੀਆ ਦੇ ਲੋਕ ਲੁੱਟਦੇ ਨਹੀਂ, ਜੋ ਲੁੱਟੇ ਜਾ ਸਕਦੇ ਨੇ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਕਹਿੰਦੇ ਇੱਕ ਚੀਜ਼ ਦੀ ਲੁੱਟ ਪਈ ਹੋਈ ਆ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰ ਲੁੱਟਦਾ ਨਹੀਂ ਕੋਈ। ਉਹ ਕੀ ਆ? ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਗੁਰੂ ਦੇ ਨਾਮ ਦੀ, ਗੁਰੂ ਦੇ ਪਿਆਰ ਦੀ ਅਥਾਹ ਲੁੱਟ ਪਈ ਆ, ਕੋਈ ਵੀ ਲੈ ਸਕਦਾ ਪਰ ਕੋਈ ਲੁੱਟਦਾ ਨਹੀਂ। ਸੰਤਨ ਮੋਹ ਕੋ ਪੂੰਜੀ ਸੌਂਪੀ, ਤੋਤਰਿਆ ਮਨ ਕਾ ਧੋਖਾ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਇੱਕ ਅਜਿਹੀ ਸਮਝ ਦਿੱਤੀ ਆ, ਅਜਿਹੀ ਦੌਲਤ ਦਿੱਤੀ ਆ ਸਮਝ ਵਾਲੀ, ਕਿ ਉਤਰਿਆ ਮਨ ਕਾ ਧੋਖਾ। ਮੇਰੇ ਜਿਹੜੇ ਮਨ ਦੇ ਧੋਖੇ ਸਨ, ਮੇਰੇ ਜਿਹੜੇ ਮਨ ਦੇ ਭਰਮ ਸਨ, ਉਹ ਸਾਰੇ ਲੈ ਗਏ ਨੇ, ਉਤਰ ਗਏ ਨੇ। ਕਦੋਂ? ਜਦੋਂ ਮੋਹ ਕੋ ਪੂੰਜੀ ਸੌਂਪੀ, ਜਦੋਂ ਉਹਨੇ ਮੈਨੂੰ ਪੂੰਜੀ ਦਿੱਤੀ ਆ, ਸਮਝ ਦਿੱਤੀ ਆ, ਗਿਆਨ ਬਖਸ਼ਿਆ ਹੈ, ਵਿਵੇਕ ਦਿੱਤਾ ਉਹਨੂੰ। ਧਰਮ ਰਾਏ ਅਬ ਕਹਾਂ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਕਹਿੰਦੇ ਉਹ ਲੇਖਾ ਜੋਖਾ ਕਰਨ ਵਾਲਾ ਧਰਮ ਰਾਏ ਕੀ ਕਰ ਸਕਦਾ? ਹੁਣ ਕੁਝ ਕਰਨਾ ਹੁੰਦਾ ਤਾਂ ਕਰ ਸਕਦਾ ਸੀ ਜੇ ਮੈਂ ਗਲਤ ਹੁੰਦਾ।
ਜੇ ਮੈਨੂੰ ਗੁਰੂ ਨਾ ਮਿਲਦਾ ਫਿਰ ਅਫਸੋਸ ਸੀ ਵੀ ਮੇਰਾ ਲੇਖਾ ਜੋਖਾ ਹੋਵੇਗਾ। ਉਹੀ ਬੰਦੇ ਨੂੰ ਦੇਖੋ ਨਾ ਡਰ ਹੁੰਦਾ ਜਿਹਨੂੰ ਗਲਤ ਕੰਮ ਜਿਹਨੇ ਲੁਕੋ ਕੇ ਕੀਤੇ ਹੋਣ, ਜੋ ਦਰਗਾਹ ਵਿੱਚ ਪ੍ਰਗਟ ਹੋਣੇ ਹਨ। ਉਹ ਬੰਦਾ ਜਿਸ ਨੇ ਕੋਈ ਗਲਤ ਹੀ ਨਹੀਂ ਕੀਤਾ, ਉਹਨੂੰ ਕਿਸੇ ਦਾ ਕੀ ਡਰ ਆ? ਬਿਲਕੁਲ ਵੀ ਡਰ ਨਹੀਂ। ਕਹਿੰਦੇ ਧਰਮ ਰਾਏ ਅਬ ਕਹਾਂ ਕਰੈਗੋ, ਜੋ ਫਾਟਿਓ ਸਗਲੋ ਲੇਖਾ। ਜਿਹੜਾ ਧਰਮ ਰਾਏ ਆ, ਕਹਿੰਦੇ ਕੀ ਕਰ ਸਕਦਾ, ਕੀ ਕਰ ਲਵੇਗਾ ਉਹ, ਜਦੋਂ ਮੇਰੇ ਕਰਮ ਹੀ ਸਹੀ ਕਰ ਦਿੱਤੇ ਨੇ ਮੇਰੇ ਮੁਰਸ਼ਿਦ ਨੇ, ਮੇਰੇ ਗੁਰੂ ਨੇ। ਮੇਰੀ ਸੋਚਣੀ ਸਹੀ ਕਰ ਦਿੱਤੀ, ਮੇਰੀ ਕਥਨੀ ਸਹੀ ਕਰ ਦਿੱਤੀ, ਮੇਰਾ ਸੁਣਨਾ ਸਹੀ ਕਰ ਦਿੱਤਾ। ਹੁਣ ਉਹ ਕੁਝ ਨਹੀਂ ਕਰ ਪਾਵੇਗਾ। ਧਰਮ ਰਾਏ ਅਬ ਕਹਾਂ ਕਰੈਗੋ, ਜੋ ਫਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ। ਗੁਰੂ ਦੀ ਮਿਹਰ ਦੇ ਦੁਆਰਾ ਮੈਂ ਮਹਾ ਆਨੰਦ, ਬਹੁਤ ਵੱਡਾ ਆਨੰਦ ਪਾਇਆ ਹੈ, ਸਦੀਵੀ ਸੁਖ ਪਾਇਆ ਹੈ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰੱਤੇ ਬਿਸਮਾਦੇ। ਕਹਿੰਦੇ ਨੇ ਆਪ ਜੀ, ਕਹਿੰਦੇ ਕਿ ਮੈਂ ਉਹਦੇ ਰੰਗ ਦੇ ਵਿੱਚ ਰੰਗਿਆ ਗਿਆ, ਬਿਸਮਾਦ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਇਹ ਸਭ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਇਹ ਸਿਰਫ ਗੁਰੂ ਦੇ ਸਦਕਾ ਹੀ ਪੋਸੀਬਲ ਹੋਇਆ। ਨਹੀਂ ਤਾਂ ਜ਼ਿੰਦਗੀ ਕੁਝ ਹੋਰ ਹੁੰਦੀ, ਨਹੀਂ ਤਾਂ ਹੁੰਦੀ ਜ਼ਿੰਦਗੀ ਹਮ ਦੇਖਾਂ ਤਹਿ ਡੂਬੀਅਲੇ, ਨਹੀਂ ਤਾਂ ਜ਼ਿੰਦਗੀ ਡੁੱਬ ਜਾਂਦੀ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਸਰੀਰ ਦੀ ਜਿਹੜੀ ਕਿਸ਼ਤੀ ਆ, ਸਮੁੰਦਰ ਸੰਸਾਰ ਜਾਣੋ, ਆਪਣੇ ਆਪ ਨੂੰ ਕਿਸ਼ਤੀ ਜਾਣੋ। ਇਹ ਸੰਸਾਰ ਦੇ ਵਿੱਚ ਬੜੀਆਂ ਲਹਿਰਾਂ ਨੇ, ਸਮੁੰਦਰ ਦੇ ਵਿੱਚ ਬੜੀਆਂ ਸਮੱਸਿਆਵਾਂ ਨੇ, ਜਿਹਦੇ ਕਰਕੇ ਮਨ ਡੋਲ ਜਾਂਦਾ ਤੇ ਕਿਸ਼ਤੀ ਬੰਦੇ ਦੀ ਡੁੱਬ ਜਾਂਦੀ ਆ। ਸਾਹਿਲ ਕੇ ਤਮਾਸ਼ਾਈ ਹਰ डूबने वाले पर, अफसोस तो करते हैं लेकिन इमदाद नहीं करते। ਤੇ ਇੱਥੇ ਜਿਹੜੇ ਲੋਕ ਨੇ ਉਹ ਡੁੱਬਦਿਆਂ ਦਾ ਤਾਂ ਕਹਿੰਦੇ ਤਮਾਸ਼ਾ ਹੀ ਹੁੰਦਾ, ਡੁੱਬਦਿਆਂ ਦਾ ਤਾਂ ਤਮਾਸ਼ਾ ਹੀ ਹੁੰਦਾ। ਮਦਦ ਨਹੀਂ ਕਰਦੇ, ਇਮਦਾਦ ਨਹੀਂ ਕਰਤੇ, ਅਫਸੋਸ ਤੋਂ ਕਰਤੇ हैं। ਤਮਾਸ਼ਾ ਹੀ ਵੇਂਦੇ ਆ, ਮਦਦ ਨਹੀਂ ਕਰਦੇ। ਬਚਾਉਣ ਦਾ ਨਾਟਕ ਕਰਦੇ ਨੇ ਪਰ ਬਚਾਉਂਦੇ ਨਹੀਂ। ਇਹ ਤਾਂ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਕਹਿੰਦੇ ਤਾਂ ਗੁਰੂ ਸੀ ਜਿਹੜਾ ਮੈਨੂੰ ਮਿਲ ਗਿਆ, ਮੇਰੇ ਮੱਥੇ ਦੇ ਲੇਖ ਪੂਰਬ ਲਿਖਿਆ ਪਾਈ, ਜਿਹੜੀ ਹਮ ਸੰਤਨ ਸਿਉ ਬਣਾਈ। ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲ ਗਏ, ਜਿਹੜੇ ਮੈਨੂੰ ਗੁਰੂ ਹਰਕ੍ਰਿਸ਼ਨ ਜੀ ਮਿਲ ਗਏ, ਜਿਹੜੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੇ ਜੈਸੇ ਮੈਨੂੰ ਮੁਰਸ਼ਿਦ ਮਿਲੇ, ਗੁਰੂ ਸਾਹਿਬ ਮਿਲ ਗਏ। ਕਹਿੰਦੇ ਇਹੀ ਮੇਰੀ ਅਸਲ ਪੂੰਜੀ ਆ। ਵਿਦਵਾਨ ਆਪਣੇ ਲੇਖਾਂ ਦੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਨੇ, ਬੜੀ ਪਿਆਰੀ ਆ, ਕਿ ਸਾਰੀ ਜ਼ਿੰਦਗੀ ਬੰਦੇ ਨੂੰ ਆਪਦੀ ਅਸਲ ਦੌਲਤ ਦਾ ਪਤਾ ਨਹੀਂ ਲੱਗਦਾ। ਸੱਚੀ ਪੂੰਜੀ ਇੱਕ ਹੁੰਦੀ ਆ, ਕੱਚੀ ਪੂੰਜੀ ਇੱਕ ਹੁੰਦਾ ਹੈ, ਅਸਲ ਦੌਲਤ ਇੱਕ ਹੁੰਦੀ ਆ ਗੁਜਰਾਨ। ਕਹਿੰਦੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੇਰੀ ਅਸਲ ਦੌਲਤ ਕੀ ਆ। ਬੰਦੇ ਦੀ ਅਸਲ ਜਿਹੜੀ ਦੌਲਤ ਆ ਨਾ, ਉਹ ਉਹਦੀ ਸਮਝ ਆ, ਉਹਦਾ ਜਿਹੜਾ ਸਰਮਾਇਆ ਹੈ ਬੰਦੇ ਦਾ, ਉਹਦਾ ਗਿਆਨ ਆ। ਜਿਹੜੀ ਬਾਕੀ ਪੈਸੇ ਹਨ ਸਾਡੇ ਕੋਲੇ, ਉਹ ਗੁਜਰਾਨ ਆ। ਉਹਦੇ ਨਾਲ ਸਾਡੀ ਆਈ ਚਲਾਈ ਚੱਲਦੀ ਆ, ਉਹਦੇ ਨਾਲ ਸਾਡੇ ਰੋਟੀ ਕੱਪੜਾ ਮਕਾਨ, ਇਹ ਵਾੜੀਆਂ ਜਿਹੜੀਆਂ ਲੋੜਾਂ ਨੇ, ਵੱਡੀਆਂ ਲੋੜਾਂ, ਇਹ ਪੂਰੀਆਂ ਹੁੰਦੀਆਂ ਨੇ।
ਅਸਲੀ ਦੌਲਤ ਬੰਦੇ ਦੀ ਅਸਲੀ ਸਰਮਾਇਆ ਉਹਦਾ ਗਿਆਨ ਹੁੰਦਾ, ਉਹਦੀ ਸਮਝ ਹੁੰਦੀ ਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਬਹੁਤੇ ਬੰਦੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਮਹਾਰਾਜ ਕੋਲ ਉਹ ਚੀਜ਼ ਆ ਜਿਹੜੀ ਤੁਹਾਨੂੰ ਪੈਸੇ ਦੇ ਕੇ ਨਹੀਂ ਮਿਲ ਸਕਦੀ। ਬਾਕੀ ਤਮਾਮ ਚੀਜ਼ਾਂ ਪੈਸੇ ਦੇ ਨਾਲ ਖਰੀਦੀਆਂ ਜਾ ਰਹੀਆਂ ਨੇ ਤੇ ਜਾਣਗੀਆਂ ਵੀ ਬੜੀਆਂ ਚੀਜ਼ਾਂ ਨੇ। ਚੀਜ਼ਾਂ ਦੇ ਨਾਲ ਤੁਸੀਂ ਘਰ ਭਰ ਸਕਦੇ ਹੋ, ਚੀਜ਼ਾਂ ਦੇ ਨਾਲ ਤੁਸੀਂ ਸਾਜੋ ਸਮਾਨ ਖਰੀਦ ਸਕਦੇ ਹੋ, ਵੱਖ-ਵੱਖ ਕੱਪੜੇ ਲੈ ਸਕਦੇ ਹੋ, ਤਰ੍ਹਾਂ ਤਰ੍ਹਾਂ ਦਾ ਭੋਜਨ, ਸੁੱਖ ਸਹੂਲਤਾਂ, ਜਾਣ ਵਾਸਤੇ ਸਾਧਨ ਖਰੀਦ ਸਕਦੇ ਹੋ। ਪਰ ਇੱਕ ਚੀਜ਼ ਆ ਜਿਹੜੀ ਕਿ ਪੈਸੇ ਨਾਲ ਨਹੀਂ ਸਗੋਂ ਸੰਗਤ ਕਰ ਕਰਕੇ ਇਕੱਠੀ ਕੀਤੀ ਜਾਂਦੀ ਆ, ਜਿਹਨੂੰ ਵਿਵੇਕ ਆਖਿਆ ਜਾਂਦਾ। ਵਿਵੇਕ ਸੰਤਨ ਮੋਹ ਕੋ ਪੂੰਜੀ ਸੌਪੀ ਤਾਂ ਉਤਰਿਆ ਮਨ ਕਾ ਧੋਖਾ। ਗੁਰੂ ਨੇ ਮੈਨੂੰ ਗਿਆਨ ਦਿੱਤਾ। ਜਦੋਂ ਮੈਂ ਗੁਰੂ ਦੇ ਕੋਲ ਬੈਠਾ ਉਦੋਂ ਉਹਨੇ ਮੈਨੂੰ ਇੱਕ ਪੂੰਜੀ ਦਿੱਤੀ ਆ ਜਿਹਨੂੰ ਗਿਆਨ ਕਹਿੰਦੇ ਨੇ। ਉਹ ਗਿਆਨ ਪਾ ਕੇ ਹੀ ਤਾਂ ਉਤਰਿਆ ਮਨ ਕਾ ਧੋਖਾ। ਫਿਰ ਮੇਰੇ ਮਨ ਦਾ ਜਿਹੜਾ ਧੋਖਾ ਸੀ ਤੇ ਉਹ ਉਤਰ ਗਿਆ। ਆਮ ਕਿਹਾ ਜਾਂਦਾ ਹੈ ਨਾ ਕਿ ਸੱਚ ਕੌੜਾ ਹੁੰਦਾ। ਇੱਕ ਮਹਾਂਪੁਰਸ਼ਾਂ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨਹੀਂ ਐਸੀ ਕੋਈ ਗੱਲ ਨਹੀਂ, ਸੱਚ ਤਾਂ ਬਹੁਤ ਮਿੱਠਾ ਹੁੰਦਾ। ਪਰ ਕਹਿੰਦੇ ਤੁਸੀਂ ਸਿਰਫ ਤੇ ਸਿਰਫ ਝੂਠ ਦੇ ਸਵਾਦ ਤੋਂ ਵਾਕਿਫ ਹੋ। ਸੱਚ ਤੁਸੀਂ ਜਾਣਿਆ ਨਹੀਂ, ਸੱਚ ਦਾ ਤੁਸੀਂ ਆਨੰਦ ਮਾਣਿਆ ਨਹੀਂ, ਸੱਚ ਦਾ ਸਵਾਦ ਤੁਸੀਂ ਚਖਿਆ ਹੀ ਨਹੀਂ। ਸੱਚ ਕੌੜਾ ਨਹੀਂ ਹੁੰਦਾ। ਸੱਚ ਜਿਹੜਾ ਹੁੰਦਾ ਨਾ ਬਹੁਤ ਮਿੱਠਾ ਹੁੰਦਾ। ਗੁਰੂ ਦੀ ਬਾਣੀ ਸੱਚੀ ਆ, ਇਹ ਮਿੱਠੀ ਆ। ਸੱਚ ਮਿੱਠਾ ਹੁੰਦਾ। ਪਰ ਕਹਿੰਦੇ ਤੁਸੀਂ ਝੂਠ ਦੇ ਸਵਾਦ ਨੂੰ ਹੀ ਅੱਜ ਤੱਕ ਜਾਣਿਆ, ਤੁਹਾਨੂੰ ਇਹਦਾ ਸਵਾਦ ਹੀ ਨਹੀਂ ਪਤਾ। ਫਰੀਦ ਸਾਹਿਬ ਜੀ ਨੂੰ ਜਦੋਂ ਆਪਾਂ ਪੁੱਛਦੇ ਹਾਂ ਗੁਰੂ ਦੀ ਬਾਣੀ ਜਾਂ ਨਮਾਜ਼ ਪੜ੍ਹਦੇ ਸੀ, ਉਹ ਪਰਮਾਤਮਾ ਦੀ ਨਮਾਜ਼ ਕਿੰਨੀ ਕੁ ਮਿੱਠੀ ਆ, ਕਹਿਣਾ ਪੈ ਗਿਆ ਇੱਕ ਇੱਕ ਅੱਖਰ ਜਿਹੜਾ ਹੈ ਸ਼ੱਕਰ ਤੋਂ ਵੀ ਮਿੱਠਾ ਹੈ। ਇੱਕ ਇੱਕ ਬੋਲ ਗੁਰਬਾਣੀ ਦਾ ਖੰਡ ਤੋਂ ਵੀ ਕਿਤੇ ਮਿੱਠਾ ਹੈ। ਸ਼ਹਿਦ ਤੋਂ, ਮਾਖਿਓ ਤੋਂ ਵੀ ਕਿਤੇ ਜ਼ਿਆਦਾ ਰਸੀਲਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਤੁਧ। ਇਸ ਕਰਕੇ ਗੁਰੂ ਨੇ ਹਮੇਸ਼ਾ ਹੀ ਸਾਡੀ ਕਾਇਆ ਬਦਲੀ ਆ। ਗੁਰੂ ਨੇ ਸਾਨੂੰ ਅੰਦਰੋਂ ਬਦਲਣ ਦਾ ਯਤਨ ਕੀਤਾ। ਹਮੇਸ਼ਾ ਹੀ ਗੁਰੂ ਨੇ ਹਮੇਸ਼ਾ ਹੀ ਸਾਨੂੰ ਪਿਆਰ ਕਰਨਾ ਸਿਖਾਇਆ। ਇੱਥੇ ਬਹੁਤ ਲੋਕ ਰਹਿੰਦੇ ਨੇ ਜੋ ਮੋਹ ਕਰ ਸਕਦੇ ਆ ਪਰ ਮੁਹੱਬਤ ਨਹੀਂ ਕਰ ਸਕਦੇ। ਇੱਥੇ ਬਹੁਤ ਲੋਕ ਨੇ ਜੋ ਕਿ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ। ਨਫ਼ਰਤ ਕਰਨੀ ਸੌਖੀ ਆ, ਪਿਆਰ ਨਹੀਂ ਕਰ ਸਕਦੇ। ਪਿਆਰ ਕਰਨਾ ਬਹੁਤ ਔਖਾ ਹੈ। ਨਫ਼ਰਤ ਕਰਨੀ ਸੌਖੀ ਆ। ਲੋਕ ਸੌਖੇ ਸੌਖੇ ਕੰਮ ਕਰਨਾ ਚਾਹੁੰਦੇ ਨੇ, ਔਖਾ ਕੰਮ ਕੋਈ ਕਰਨਾ ਨਹੀਂ ਚਾਹੁੰਦਾ। ਹਮ ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਜਿਹੜੇ ਲੋਕ ਨੇ ਨਾ ਉਹ ਸੌਖੇ ਸੌਖੇ ਕੰਮ ਕਰਦੇ ਨੇ ਤਾਂ ਕਿ ਉਹ ਔਖੇ ਕੰਮ ਕਰਨ ਤੋਂ ਬਚ ਜਾਣ। ਨਫ਼ਰਤ ਕਰਨੀ ਸੌਖੀ ਆ, ਈਰਖਾ ਕਰਨੀ ਸੌਖੀ ਆ, ਧੋਖਾ ਦੇਣਾ ਸੌਖਾ ਵਾ। ਲੋਕ ਸੌਖੇ ਸੌਖੇ ਕੰਮ ਕਰ ਰਹੇ ਨੇ, ਔਖਾ ਕੰਮ ਹੈ ਅਸਲ ਮੁਹੱਬਤ ਦਾ ਨਿਭਣਾ ਆਪਦੇ ਗੁਰੂ ਦੇ ਨਾਲ। ਗੁਰੂ ਦਾ ਕਹਿਣਾ ਮੰਨਣਾ ਬੜਾ ਔਖਾ। ਲੋਕ ਸੌਖੇ ਸੌਖੇ ਕੰਮ ਕਰਕੇ ਹਟ ਰਹੇ ਨੇ। ਇਸ ਕਰਕੇ ਨਿੱਕੇ ਨਿੱਕੇ ਬੱਚੇ ਹੁੰਦੇ ਨੇ, ਜਦੋਂ ਉਹ ਜਨਮ ਲੈਂਦੇ ਹਨ ਤਾਂ ਉਦੋਂ ਤੋਂ ਹੀ ਉਹਨਾਂ ਨੂੰ ਕੁਝ ਸਿਖਾ ਦਿੱਤਾ ਜਾਂਦਾ। ਇਹੋ ਜਿਹੀ ਸੋਚਣੀ ਉਹਨਾਂ ਦੇ ਅੰਦਰ ਪਾ ਦਿੱਤੀ ਜਾਂਦੀ ਆ ਸਮਾਜ ਰਾਹੀਂ, ਮਾਂ ਪਿਓ ਰਾਹੀਂ। ਉਹਨਾਂ ਨੂੰ ਆਖਿਆ ਜਾਂਦਾ ਵੀ ਤੁਸੀਂ ਅਜੇ ਛੋਟੇ ਹੀ ਹੋ, ਤੁਹਾਨੂੰ ਹਜੇ ਨਾਮ ਸਿਮਰਨ, ਬੰਦਗੀ, ਸੰਗਤ ਇਹਨਾਂ ਚੀਜ਼ਾਂ ਦੀ ਲੋੜ ਨਹੀਂ। 10 ਸਾਲਾਂ ਦਾ ਮਹਾਰਾਜ ਜੀ ਕਹਿੰਦੇ ਬੱਚਾ, ਉਹਨੂੰ ਘਰ ਦੇ ਕਹਿੰਦੇ ਰਹਿੰਦੇ ਨੇ ਇਆਣਾ ਹੈ।
ਨਿਆਣਾ ਹੈ। 10 ਬਾਲਤਨ 20 ਰਵਨ, 30 ਕਾ ਸੁੰਦਰ ਕਹਾਵੈ। 40 ਪਰ ਹੋਏ 85, ਪਗ ਖਿਸੈ 60 ਕਾ ਬੜੇਪਾ ਆਵੈ। 70 ਕਾ ਮਤਹੀਣ, 80 ਕਾ ਵਿਵਹਾਰ ਨ ਪਾਵੈ। 90 ਕਾ ਸਹਿਜਾਸਣੀ, ਮੂਲ ਨ ਜਾਣੈ ਆਪ ਬਲ। ਟੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਤਬਲ ਹਰ। ਇਸ ਕਰਕੇ ਆਪਣੇ ਗੁਰੂ ਸਾਹਿਬਾਨ ਨੇ ਨਾ, ਜੇ ਤੁਸੀਂ ਉਹਨਾਂ ਦੇ ਸਰੀਰ ਨੂੰ ਦੇਖੋਗੇ ਫਿਰ ਤਾਂ ਤੁਸੀਂ ਗੁਰੂ ਨੂੰ ਸਮਝ ਨਹੀਂ ਪਾਓਗੇ। ਜੇ ਇਕੱਲੀ ਕਾਇਆ ਦੀ ਗੱਲ ਕਰੋਗੇ, ਜੇ ਕਰੋਗੇ ਜੋਤ ਦੀ, ਫਿਰ ਕਿਤੇ ਹੋ ਸਕਦਾ ਵੀ ਗੁਰੂ ਦੀ ਥੋੜ੍ਹੀ ਬਹੁਤੀ ਸਮਝ ਸਾਨੂੰ ਪੈ ਜਾਵੇ। ਗੁਰੂ ਸਾਹਿਬ ਦੇ ਵਿੱਚ 100 ਸਾਲ ਤੋਂ ਉੱਪਰ ਦੇ ਗੁਰੂ ਵੀ ਹੋਏ ਨੇ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ। ਗੁਰੂ ਸਾਹਿਬਾਨ ਦੀ ਗੱਦੀ ਦੇ ਵਿੱਚ ਚੱਲ ਰਹੀ ਸੰਪਰਦਾ ਦੇ ਵਿੱਚ ਚੱਲ ਰਹੇ ਨਿਰਮਲੇ ਪੰਥ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇੱਕ ਬਾਲੜੇ ਪ੍ਰੀਤਮ ਵੀ ਹੋਏ ਨੇ, ਜਿਨ੍ਹਾਂ ਨੂੰ ਬਾਲ ਗੁਰੂ ਵੀ ਕਿਹਾ ਗਿਆ, ਜਿਨ੍ਹਾਂ ਦੀ ਉਮਰ ਸੀ ਜਦੋਂ ਗੁਰਤਾ ਗੱਦੀ ਤੇ ਬੈਠੇ 5 ਸਾਲ ਦੀ ਉਮਰ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਕਹਿੰਦੇ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਐਸੇ ਨੇ, ਜੇਕਰ ਉਹਨਾਂ ਨੂੰ ਤੁਸੀਂ ਉਮਰ ਦੇਖੋ, ਉਮਰ ਤਾਂ ਉਹਨਾਂ ਦੀ ਕੁਝ ਵੀ ਨਹੀਂ ਹੈਗੀ। ਉਮਰ ਤਾਂ ਸਾਰੀ ਉਹਨਾਂ ਦੀ ਬਣਦੀ ਆ 7 ਸਾਲ 8 ਮਹੀਨੇ ਤੇ 19 ਦਿਨ ਬਣੀ ਉਹਨਾਂ ਦੀ ਉਮਰ। ਉਮਰ ਕੋਈ ਜ਼ਿਆਦਾ ਨਹੀਂ ਹੈਗੀ, ਪਰ 5 ਸਾਲ ਦੀ ਉਮਰ ਦੇ ਵਿੱਚ ਉਹ ਗੁਰਤਾ ਗੱਦੀ ਤੇ ਬਹਿੰਦੇ ਨੇ, ਲੋਕਾਂ ਦੀ ਸੰਗਤ ਦੀ ਸੇਵਾ ਕਰਦੇ ਨੇ, ਫਿਰ ਡਰਦੇ ਵੀ ਨਹੀਂ ਹੈਗੇ। ਔਰੰਗਜ਼ੇਬ ਤੋਂ ਵੀ ਨਹੀਂ ਡਰੇ। ਸਿੱਧਾ ਕਹਿਤਾ ਨੈ ਮਲੇਸ਼ ਕੋ ਦਰਸ਼ਨ ਦੇ ਹੈ, ਕਿਆ ਖਾਧੈ ਕਿਆ ਪੈਧੈ ਹੋਏ, ਜਾਮਨ ਨਾਹੀ ਸੱਚਾ ਸੋਏ। ਇੱਕ ਚਿੱਠੀ ਤੇ ਲੈ ਕੇ ਔਰੰਗਜ਼ੇਬ ਨੂੰ ਇਹ ਲਿਖ ਦਿੱਤਾ, ਤੇਰੇ ਵਰਗੇ ਮਲੇਸ਼ ਨੂੰ ਦਰਸ਼ਨ ਨਹੀਂ ਦੇਵਾਂਗਾ, ਦਿੱਲੀ ਤਾਂ ਆ ਜਾਵਾਂਗਾ, ਪਰ ਤੇਰੇ ਵਰਗੇ ਪਖੰਡੀ ਧਰਮੀ ਬੰਦੇ ਦੇ ਮੈਂ ਮੱਥੇ ਨਹੀਂ ਲੱਗ ਸਕਦਾ। ਇਹ ਮੇਰੇ ਗੁਰੂ ਹਰਿ ਰਾਏ ਜੀ ਪਿਤਾ ਜੀ ਦੇ ਬਚਨ ਨੇ, ਐਵੇਂ ਕਰਕੇ ਆਖਦੇ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਅੱਜ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਪ੍ਰਕਾਸ਼ ਪੁਰਬ ਹੈ। ਸੰਗਤਾਂ ਜਿਹਨੂੰ ਵੱਡੇ ਪੱਧਰ ਤੇ ਮਨਾਉਂਦੀਆਂ ਨੇ, ਜਿਨ੍ਹਾਂ ਦਾ ਸਥਾਨ ਜਿਹੜਾ ਬੰਗਲਾ ਸੀ ਰਾਜਾ ਜੈ ਸਿੰਘ ਦਾ ਬੰਗਲਾ, ਉੱਥੇ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਸ਼ੋਭਤਾ ਸਾਹਿਬ ਜੀ ਦੇ ਨਾਮ ਤੇ। ਜੀਵਨ ਭਾਵੇਂ ਛੋਟਾ ਸੀ, ਪਰ ਦੱਸ ਦਿੱਤਾ ਕਿ ਜ਼ਿੰਦਗੀ ਭਾਵੇਂ ਛੋਟੀ ਹੋਵੇ, ਉਹਦੇ ਵਿੱਚ ਵੀ ਫੁੱਲਾਂ ਦੇ ਵਾਂਗ ਖਿੜਿਆ ਜਾ ਸਕਦਾ, ਉਹਦੇ ਵਿੱਚ ਵੀ ਖੁਸ਼ਬੂ ਵੰਡੀ ਜਾ ਸਕਦੀ ਆ। ਕੋਈ ਬਹੁਤਾ ਲੰਮਾ ਉਡੀਕਣ ਦੀ ਲੋੜ ਨਹੀਂ ਹੁੰਦੀ ਕਿ 20-25 ਸਾਲ 30 ਸਾਲ ਦੇ ਹੋਵਾਂਗੇ ਫਿਰ ਜਾ ਕੇ ਕਿਤੇ ਰੱਬ ਵਾਲਾ ਰੰਗ ਮਿਲਦਾ। ਨਹੀਂ, ਦੁਨੀਆ 'ਚ ਪਹਿਲੀ ਦਫਾ ਹੋਇਆ। ਇੱਦਾਂ ਤਾਂ ਬਹੁਤ ਹੋਇਆ ਸੀ, ਬੱਚਿਆਂ ਨੇ ਬੰਦਗੀ ਬੜੀ ਕੀਤੀ ਸੀ। ਧਰੂਆਂ ਬਹੁਤ ਛੋਟਾ ਸੀ ਬੱਚਾ, ਇਹਨੇ ਬੜੀ ਬੰਦਗੀ ਕੀਤੀ ਆ। ਭਗਤ ਪ੍ਰਹਿਲਾਦ ਜੀ ਹੋਏ, ਇਹਨਾਂ ਬੜੀ ਬੰਦਗੀ ਕੀਤੀ ਆ। ਪਰ ਇਹ ਪਹਿਲੀ ਦਫਾ ਹੋਇਆ ਕਿ ਗੁਰੂ ਇੱਕ ਬਾਲੜਾ ਗੁਰੂ ਬਣਿਆ। ਆਮ ਵਿਦਵਾਨ ਕਹਿੰਦੇ ਨੇ, ਪ੍ਰਾਤਨ ਜਿਹੜੇ ਹੁੰਦੇ ਸੀ, ਕਹਿੰਦੇ 35 ਸਾਲ ਤੋਂ ਉੱਪਰ ਹੀ ਕੋਈ ਗੁਰੂ ਬਣ ਸਕਦਾ। ਇੱਦਾਂ ਦੀ ਇੱਕ ਧਾਰਨਾ ਸੀ ਕਿ 35 ਸਾਲ ਤੋਂ ਥੱਲੇ ਬੰਦਾ ਨਾ ਤਾਂ ਗੁਰੂ ਬਣ ਸਕਦਾ ਹੈ, ਨਾ ਹੀ ਉਸਤਾਦ ਮੁਰਸ਼ਿਦ ਬਣ ਸਕਦਾ। ਉਹਦੇ ਲਈ ਇੰਨੀ ਉਮਰ ਰੱਖੀ ਗਈ। 35 ਸਾਲ ਤੋਂ ਉੱਪਰ ਕੋਈ ਹੋ, ਫਿਰ ਕਿਤੇ ਜਾ ਕੇ ਗੁਰੂ ਵਾਲਾ ਬਣੂਗਾ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਅਜਬ ਚੀਜ਼ ਕਰ ਦਿੱਤੀ, ਹੈਰਾਨੀਜਨਕ ਚੀਜ਼ ਕੀਤੀ, ਤੇ 5 ਵਰ੍ਹਿਆਂ ਦੀ ਉਮਰ ਦੇ ਵਿੱਚ ਆਪ ਜੀ ਗੱਦੀ ਨਸ਼ੀਨ ਹੋਏ,
ਬਾਬੇ ਨਾਨਕ ਵਾਲੇ ਨਿਰਮਲ ਪੰਥ ਦੀ ਚੱਲ ਰਹੀ ਮਰਿਆਦਾ ਆਪ ਜੀ ਨੇ ਅੱਗੇ ਤੋਰੀ। ਜੇ ਆਪਾਂ ਇਹਨਾਂ ਦੇ ਪ੍ਰਕਾਸ਼ ਦੀ ਗੱਲ ਕਰੀਏ, ਆਜ ਮੋਰੇ ਆਏ ਹੈ ਪਾਵਨ ਪਵਿੱਤਰ ਮਿੱਤਰ, ਆਜ ਮੋਰੇ ਆਏ ਹੈ। 1656 ਈਸਵੀ ਦੇ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਪ੍ਰਕਾਸ਼ ਹੋਇਆ। ਕੀਰਤਪੁਰ ਸਾਹਿਬ ਦੀ ਧਰਤੀ ਨੂੰ ਭਾਗ ਲੱਗੇ ਹਨ। ਸ਼੍ਰੀ ਗੁਰੂ ਹਰਿ ਰਾਏ ਜੀ ਮਹਾਰਾਜ, ਉਹਨਾਂ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਜੀ, ਮਾਤਾ ਕ੍ਰਿਸ਼ਨ ਕੌਰ ਜੀ, ਉਹਨਾਂ ਦੀ ਕੁੱਖ ਨੂੰ ਬਹੁਤ ਭਾਗ ਲੱਗੇ। ਸਾਹਿਬ ਜੀ ਆਏ ਨੇ, ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਤੇ ਆਪ ਜੀ ਦੇ ਵੱਡੇ ਭਰਾ ਦਾ ਨਾਮ ਸੀ ਰਾਮ ਰਾਏ, ਜਿਹੜੇ ਕਿ ਫੇਲ ਹੋ ਗਏ ਸੀ ਪ੍ਰੀਖਿਆ ਦੇ ਵਿੱਚ, ਗੁਰੂ ਦੀ ਨਿਗਾਹ ਦੇ ਵਿੱਚ ਫੇਲ ਹੋ ਗਏ ਸੀ। ਕਿਉਂਕਿ ਜਦੋਂ ਔਰੰਗਜ਼ੇਬ ਨੇ ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਆਖਿਆ ਸੀ ਤੁਸੀਂ ਦਿੱਲੀ ਆਓ, ਸਤਿਗੁਰ ਨੇ ਆਖਿਆ ਸੀ ਸਾਡੀ ਜਗ੍ਹਾ ਸਾਡਾ ਪੁੱਤਰ ਆਵੇਗਾ, ਰਾਮ ਰਾਏ ਆਵੇਗਾ। ਰਾਮ ਰਾਏ ਨੇ ਜਾ ਕੇ ਪਹਿਲਾਂ ਬਹੁਤ ਪ੍ਰਭਾਵਿਤ ਕੀਤਾ ਔਰੰਗਜ਼ੇਬ ਨੂੰ, ਬੜੀਆਂ ਕਰਾਮਾਤਾਂ ਦਿਖਾਈਆਂ, ਖੁਸ਼ ਕਰਤਾ। ਤੇ ਔਰੰਗਜ਼ੇਬ ਦੇ ਵਜ਼ੀਰ ਕਹਿਣ ਲੱਗੇ, ਜਿਹੜੇ ਮੁਲਾਣੇ ਸੀ, ਕਹਿੰਦੇ ਇਹਨਾਂ ਨੂੰ ਇੱਕ ਗੱਲ ਪੁੱਛੋ, ਇਹਨਾਂ ਦੇ ਗ੍ਰੰਥ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਕਹਿੰਦੇ ਕਿ ਮੁਸਲਮਾਨ ਜਿਹੜੇ ਹੁੰਦੇ ਨੇ, ਉਹਨਾਂ ਨੂੰ ਜਦੋਂ ਕਬਰਾਂ 'ਚ ਦੱਬ ਦਿੱਤਾ ਜਾਂਦਾ, ਉਹ ਮਿੱਟੀ ਘੁਮਿਆਰ ਚੱਕ ਕੇ ਲੈ ਕੇ ਆਉਂਦੇ ਨੇ, ਉਹਨੂੰ ਆਵੇ 'ਚ ਰੱਖਦੇ ਨੇ, ਪਕਾਉਂਦੇ ਨੇ, ਉਹ ਵੀ ਫਿਰ ਸੜਦੀ ਪੁਕਾਰ ਕਰਦੀ ਆ। ਕਹਿੰਦੇ ਇਹਨਾਂ ਨੇ ਲਿਖਿਆ, ਪੁੱਛੋ ਕਿ ਕਿਉਂ ਲਿਖਿਆ, ਕਿ ਵਾਕਈ ਸੱਚ ਆ। ਰਾਮ ਰਾਏ ਨੇ ਉਦੋਂ ਪੰਗਤੀ ਬਦਲ ਦਿੱਤੀ, ਕਹਿਣ ਲੱਗੇ ਨਹੀਂ, ਮੁਸਲਮਾਨ ਕੀ ਨਹੀਂ, ਲਿਖਾਰੀ ਤੋਂ ਗਲਤੀ ਹੋ ਗਈ ਆ। ਮਤਲਬ ਕਿ ਭਾਈ ਗੁਰਦਾਸ ਜੀ ਤੋਂ ਭੁੱਲ ਦੇ ਨਾਲ ਲਿਖਿਆ ਗਿਆ। ਕੀ ਲਿਖਿਆ ਗਿਆ ਉੱਥੇ? ਅਸਲੀ ਕੀ ਆ? ਅਸਲੀ ਆ ਮਿੱਟੀ ਬੇਈਮਾਨ ਕੀ। ਕਹਿੰਦੇ ਐਵੇਂ ਆ, ਪੰਗਤੀ ਬਦਲੀ। ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਮੇਰੇ ਪੁੱਤਰ ਨੇ ਬਾਣੀ ਦੀ ਤੋਹੀਨ ਕੀਤੀ ਆ, ਬਦਲ ਦਿੱਤੀ ਆ ਉਹਨੂੰ ਖੁਸ਼ ਕਰਨ ਵਾਸਤੇ। ਕਹਿੰਦੇ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗਣਾ, ਮੈਂ ਤੇਰਾ ਪਿਤਾ ਨਹੀਂ, ਤੂੰ ਮੇਰਾ ਪੁੱਤਰ ਨਹੀਂ। ਫਿਰ ਗੁਰੂ ਮਹਾਰਾਜ ਨੇ ਜੋਗ ਜਾਣ ਕੇ ਨਾ 1661 ਈਸਵੀ ਦੇ ਵਿੱਚ, ਜਦੋਂ 5 ਸਾਲ ਦੇ ਸਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਉਹਨਾਂ ਨੂੰ ਜੋਗ ਜਾਣ ਕੇ ਗੁਰਤਾ ਗੱਦੀ ਤੇ ਬਿਠਾਇਆ। ਤੇ ਆਪ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਸਾਰ ਹੀ ਨਾਲ ਦੀ ਨਾਲ ਹੀ ਧਰਮ ਦੇ ਕੰਮ, ਗੁਰੂ ਦੀ ਸਿੱਖੀ ਦਾ ਪ੍ਰਚਾਰ ਤੇ ਨੈਤਿਕਤਾ ਵਾਲੇ ਗੁਣ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ। ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਨਾਲ ਤੇ ਰੋਪੜ ਵਾਲੇ ਪਾਸੇ ਇੱਕ ਰਾਜਾ ਰਾਮ ਨਾਂ ਦਾ ਵਿਅਕਤੀ ਰਹਿੰਦਾ ਹੁੰਦਾ ਸੀ, ਅਮੀਰ ਬਹੁਤ ਸੀ ਉਹ। ਦੇਖੋ ਆਮ ਜਿਹੜਾ ਬੰਦਾ ਹੋਵੇਗਾ ਨਾ ਪਖੰਡੀ, ਉਹ ਤਾਂ ਕਹੂਗਾ ਵੀ ਅਮੀਰ ਬੰਦਾ ਮੇਰੇ ਕੋਲ ਆਵੇ, ਕੁਝ ਦੇ ਕੇ ਜਾਊਗਾ। ਗੁਰੂ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਰਾਜਾ ਰਾਮ, ਤੂੰ ਮੇਰੇ ਦਰਬਾਰ 'ਚ ਨਹੀਂ ਆ ਸਕਦਾ, ਹੋਰ ਕਿਸੇ ਨੂੰ ਕੋਈ ਮਨਾਹੀ ਨਹੀਂ, ਤੈਨੂੰ ਮੈਂ ਮਨਾ ਕਰਦਾ। ਉਹਦੇ ਪਿੱਛੇ ਕਾਰਨ ਇਹ ਸੀ, ਇਹ ਜਦੋਂ ਇਹਦੇ ਘਰੇ ਲੜਕੀ ਜਨਮ ਲੈਂਦੀ ਸੀ ਨਾ, ਇਹ ਰਾਜਾ ਰਾਮ ਦੇ ਘਰੇ, ਰੋਪੜ ਦਾ ਰਹਿਣ ਵਾਲਾ ਸੀ, ਇਹ ਮਾਰ ਦਿੰਦਾ ਸੀ ਜਨਮ ਲੈਂਦਿਆਂ ਸਾਰ ਵੀ ਕੁੜੀ ਜੰਮ ਪਈ, ਧੀ ਆਈ ਆ। ਇਹਨੇ ਇੱਕ ਕੁੜੀ ਮਾਰੀ ਆਪਣੀ, ਦੂਜੀ ਮਾਰੀ, ਤੀਜੀ ਮਾਰੀ, ਬਹੁਤ ਕੁੜੀਆਂ ਦਾ ਕਤਲ ਕੀਤਾ। ਗੁਰੂ ਹਰਿਕ੍ਰਿਸ਼ਨ ਜੀ ਨੇ ਇਹਨੂੰ ਮਨਾ ਕਰਤਾ ਵੀ ਮੇਰੇ ਦਰਬਾਰ 'ਚ ਨਾ ਹੀ ਤੂੰ। ਪਰ ਕਿਵੇਂ ਨਾ ਕਿਵੇਂ ਇੱਕ ਦਿਨ ਆ ਗਿਆ, ਧੱਕੇ ਦੇ ਨਾਲ, ਅਮੀਰੀ ਦੇ ਜ਼ੋਰ ਦੇ ਨਾਲ। ਫਿਰ ਮਹਾਰਾਜ ਨੇ ਇਹਨੂੰ ਬਹੁਤ ਲੱਜਤ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਰੇ ਹੋਏ ਦਰਬਾਰ ਵਿੱਚ ਆਖਿਆ ਵੀ ਆਹ ਦੇਖਾ ਤੇਰੇ ਕਰਮ ਨੇ। ਨਾਲੇ 5 ਸਾਲ ਦੀ ਉਮਰ ਸੀ ਮਹਾਰਾਜ ਦੀ ਉਦੋਂ। ਕਿਹਾ ਵੀ ਇਹ ਤੇਰੇ ਕਰਮ ਨੇ, ਇੰਨੀਆਂ ਧੀਆਂ, ਇੰਨੇ ਬੱਚਿਆਂ ਦਾ ਤੂੰ ਪਾਪ ਸਿਰ ਤੇ ਢੋਣਾ।
ਤੇ ਡੁੱਬ ਜਾਏਗਾ। ਫਿਰ ਉਹਨੇ ਆਖਿਆ ਵੀ ਇਹ ਪੂਰਨ ਗੁਰੂ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸਾ। ਫਿਰ ਉਹਨੇ ਭੁੱਲ ਬਖਸ਼ਾਈ ਆਪਣੀ। ਫਿਰ ਗੁਰੂ ਮਹਾਰਾਜ ਨੇ, ਚਲੋ ਵੱਡਾ ਹਿਰਦਾ ਹੁੰਦਾ ਗੁਰੂਆਂ ਦਾ, ਸਰੀਰ ਵੱਲ ਨਾ ਦੇਖੋ। ਜੇ ਸਰੀਰ ਵੱਲ ਵੇਖੋਗੇ ਗੁਰੂ ਦੀ ਸਮਝ ਨਹੀਂ ਆਉਂਦੀ। ਫਿਰ ਆਪਾਂ ਨੂੰ ਜੇ ਆਪਾਂ ਇਹੀ ਕਹਾਂਗੇ 5 ਸਾਲ ਦੀ ਉਮਰ ਆ, ਜੇ ਲੋਕ ਐਵੇਂ ਸੋਚਣਗੇ ਫਿਰ ਨਹੀਂ। ਜੇ ਜੋਤ ਵੱਲ ਦੇਖੋਗੇ ਨਾ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਭੱਟ ਸਾਹਿਬਾਨ ਦੀ ਇਹ ਪੰਕਤੀ ਦੇਖਣੀ ਪਵੇਗੀ। ਜੋਤ ਗੁਰੂ ਨਾਨਕ ਵਾਲੀ ਆ। ਤਾਂ ਬਹੁਤ ਤਾਕੀਦ ਕੀਤੀ, ਸਮਝਾਇਆ, ਅੱਗੇ ਤੋਂ ਨਾ ਇਹੋ ਜਿਹਾ ਕਰੀ, ਨਹੀਂ ਬਖਸ਼ਿਆ ਨਹੀਂ ਜਾਵੇਗਾ। ਇਹ ਗਲਤੀਆਂ ਤੇਰੀਆਂ ਹੁਣ ਬਾਬੇ ਨਾਨਕ ਨੇ ਬਖਸ਼ ਦਿੱਤੀਆਂ ਨੇ, ਤੈਨੂੰ ਮਾਫ ਕਰ ਦਿੱਤਾ। ਅੱਗੇ ਜਦੋਂ ਆਪਾਂ ਵੇਖਦੇ ਹਾਂ, ਫਿਰ ਅੱਗੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਔਰੰਗਜ਼ੇਬ ਨੇ ਨਾ ਚਿੱਠੀਆਂ ਲਿਖ ਲਿਖ ਭੇਜੀਆਂ ਵੀ ਦਿੱਲੀ ਆਓ, ਇੱਥੇ ਤੁਹਾਡੇ ਨਾਲ ਮੁਲਾਕਾਤ ਕਰਨੀ ਆ, ਤੁਹਾਨੂੰ ਮਿਲਣਾ ਚਾਹੁੰਦੇ ਆ। ਗੁਰੂ ਹਰਿਕ੍ਰਿਸ਼ਨ ਜੀ ਸਾਫ਼ ਕਹਿ ਦਿੰਦੇ ਸੀ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਮਲੇਸ਼ਾਂ ਨੂੰ ਅਸੀਂ ਦਰਸ਼ਨ ਨਹੀਂ ਦੇ ਸਕਦੇ, ਭਾਵ ਕਿ ਉਹਨਾਂ ਨੂੰ ਮਿਲ ਨਹੀਂ ਸਕਦੇ। ਕਿਹੜੇ? ਜਿਹੜੇ ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਹੋਏ। ਜਿਹੜੇ ਖਾਂਦੇ ਵੀ ਚੰਗਾ ਨੇ, ਪਹਿਨਦੇ ਵੀ ਚੰਗਾ ਨੇ, ਪਰ ਕਹਿੰਦੇ ਇਹਦੇ ਨਾਲ ਕੀ ਹੋ ਜਾਂਦਾ। ਔਰੰਗਜ਼ੇਬ ਕੋਲ ਬਹੁਤ ਪੈਸੇ ਸੀ, ਬਾਦਸ਼ਾਹ ਸੀ, ਉਹ ਖਾਂਦਾ ਵੀ ਚੰਗਾ ਸੀ, ਪਹਿਨਦਾ ਵੀ ਚੰਗਾ ਸੀ, ਪਰ ਜਾਮਨ ਨਾਹੀ ਸੱਚਾ ਹੋਏ। ਨਮਾਜ਼ ਵੀ ਪੜ੍ਹਦਾ ਸੀ। ਫਿਰ ਉਹਨਾਂ ਦੇ ਜਿਹੜੇ ਧਰਮ ਵਿੱਚ ਜਿਵੇਂ ਆਪਣੇ ਦਸਬੰਧ ਹੁੰਦਾ, ਉਹਨਾਂ ਦੇ ਜਿਵੇਂ ਜਿਵੇਂ ਸਾਰੀਆਂ ਚੀਜ਼ਾਂ ਨੇ ਉਹ ਵੀ ਕਰਦਾ ਸੀ ਉਹ। ਫਿਰ ਆਪਾਂ ਕਹਿੰਦੇ ਆ ਵੀ ਧਰਮਸ਼ਾਲਾ ਗੁਰਦੁਆਰਾ ਬਣਾਉਣਾ ਚੰਗੀ ਗੱਲ ਆ, ਉਹ ਮਸੀਤਾਂ ਵੀ ਬਣਾਉਂਦਾ ਸੀ। ਪਰ ਮਹਾਰਾਜ ਕਹਿੰਦੇ ਨਹੀਂ, ਚਿੱਠੀ 'ਚ ਸਾਫ਼ ਲਿਖਿਆ ਸੀ, ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਔਰੰਗਜ਼ੇਬ ਤੈਨੂੰ ਨਹੀਂ ਮੈਂ ਮਿਲ ਸਕਦਾ। ਕਾਰਨ ਪੁੱਛਿਆ, ਕਹਿੰਦੇ ਤੂੰ ਖਾਣਾ ਵੀ ਚੰਗਾ, ਪਹਿਨਦਾ ਵੀ ਚੰਗਾ, ਤਸਬੀਹ ਵੀ ਫੇਰਦਾ, ਮਸੀਤਾਂ ਵੀ ਬਣਾਉਣਾ, ਸਭ ਕੁਝ ਕਰਦਾ, ਨਮਾਜ਼ ਵੀ ਪੜ੍ਹਦਾ, ਖਿਜਾਉਂਦਾ ਨਹੀਂ ਕੋਈ ਨਮਾਜ਼ੀ ਪੱਕਾ ਤੂੰ। ਪਰ ਤੇਰੇ ਵਰਗੇ ਮਲੇਸ਼ ਬੰਦੇ ਨੂੰ ਮੈਂ ਮਿਲ ਨਹੀਂ ਸਕਦਾ। ਜੋ ਨਮਾਜ਼ ਵਿੱਚ ਲਿਖਿਆ ਉਹ ਤੂੰ ਨਹੀਂ ਹੈਗਾ, ਤਾਂ ਨਹੀਂ ਤੈਨੂੰ ਮਿਲਣਾ। ਜੋ ਮਸਜਿਦ ਬਣਾ ਕੇ ਬੰਦੇ ਨੂੰ ਕਰਮ ਕਰਨੇ ਚਾਹੀਦੇ ਨੇ, ਉਹ ਨਹੀਂ ਤੇਰੇ ਕੋਲ ਹੈਗੇ, ਨਹੀਂ ਮਿਲਣਾ। ਫਿਰ ਔਰੰਗਜ਼ੇਬ ਨੇ ਆਖਿਆ ਰਾਜਾ ਜੈ ਸਿੰਘ ਨੂੰ ਕਿ ਤੁਸੀਂ ਇੱਥੇ ਜਿਵੇਂ ਨਾ ਕਿਵੇਂ ਮਰਜ਼ੀ ਗੁਰੂ ਹਰਿਕ੍ਰਿਸ਼ਨ ਨੂੰ ਬੁਲਾਓ, ਜਿਵੇਂ ਮਰਜ਼ੀ ਲੈ ਕੇ ਆਓ। ਫਿਰ ਰਾਜਾ ਜੈ ਸਿੰਘ, ਜਿਨ੍ਹਾਂ ਦਾ ਬੰਗਲਾ ਸੀ ਦਿੱਲੀ ਦੇ ਵਿੱਚ, ਉੱਥੇ ਹੁਣ ਬੰਗਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ। ਰੋਜ਼ਾਨਾ ਉੱਥੋਂ ਲਾਈਵ ਕਥਾ ਆਉਂਦੀ ਆ, ਬਹੁਤ ਸੰਗਤਾਂ ਉੱਥੇ ਜਾ ਕੇ ਆਨੰਦ ਮਾਣਦੀਆਂ ਨੇ। ਰਾਜਾ ਜੈ ਸਿੰਘ ਨੇ ਕੀ ਕੀਤਾ ਨਾ, ਤੇ ਬਹੁਤ ਸਤਿਕਾਰ ਦੇ ਨਾਲ ਗੁਰੂ ਜੀ ਨੂੰ ਆਖਿਆ, ਕਿਰਪਾ ਕਰਕੇ ਆਪ ਦਿੱਲੀ ਚੱਲੋ ਜੀ, ਉੱਥੋਂ ਦੀਆਂ ਸੰਗਤਾਂ ਤੁਹਾਨੂੰ ਉਡੀਕਦੀਆਂ ਨੇ। ਤਾਂ ਮਹਾਰਾਜ ਗਏ। ਮਾਤਾ ਜੀ ਦੇ ਨਾਲ ਆਪਣੇ ਕ੍ਰਿਸ਼ਨ ਕੌਰ ਜੀ ਸੀ, ਇਹਨਾਂ ਦੇ ਮਾਤਾ ਜੀ ਦਾ ਨਾਮ, ਉਹਨਾਂ ਨਾਲ ਸਲਾਹ ਕੀਤੀ ਆ, ਸੰਗਤਾਂ ਨਾਲ ਸਲਾਹ ਕੀਤੀ ਆ, ਤੇ ਅੰਬਾਲੇ ਕੋਲ ਆ ਗਏ। ਫਿਰ ਚੱਲਦੇ ਚੱਲਦੇ ਕਹਿੰਦੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨਾਲ ਸੀ ਮਹਾਰਾਜ ਦੇ। ਵੀ ਹਜੇ ਬਾਲੜੇ ਨੇ ਹੱਥ ਵਿੱਚ ਇੱਕ ਛੋਟੀ ਜਿਹੀ ਛੜੀ ਸੋਟੀ ਰੱਖਦੇ ਹੁੰਦੇ ਸੀ ਆਪ ਜੀ। ਉੱਥੇ ਪੰਜੋ ਖਰੇ ਨਾਮ ਦਾ ਇੱਕ ਸਥਾਨ ਆ, ਅੰਬਾਲੇ ਜ਼ਿਲ੍ਹੇ ਦੇ ਕੋਲ ਪੈਂਦਾ ਇਹ। ਉੱਥੇ ਮਹਾਰਾਜ ਜੀ ਆਏ। ਉੱਥੇ ਇੱਕ ਹੰਕਾਰਿਆ ਹੋਇਆ ਪੰਡਤ ਸੀ, ਉਹਦਾ ਨਾਮ ਲਾਲ ਚੰਦ ਸੀ। ਉਹਨੂੰ ਬੜਾ ਮਾਣ ਸੀ, ਉਹਨੂੰ ਗੀਤਾ ਦਾ ਕਾਫੀ ਗਿਆਤਾ ਸੀ, ਪਰ ਹੰਕਾਰ ਹੋ ਗਿਆ ਸੀ ਉਹਨੂੰ। ਗੁਰੂ ਮਹਾਰਾਜ ਨੂੰ ਆ ਕੇ ਕਹਿਣ ਲੱਗਾ, ਕਹਿੰਦਾ ਕਿ ਸਨਾਤਨ ਧਰਮ ਦੇ ਵਿੱਚ ਹੋਏ ਹਨ ਹਰਿਕ੍ਰਿਸ਼ਨ ਜੀ, ਤੁਹਾਡਾ ਨਾਮ ਆ, ਉਹਨਾਂ ਦਾ ਨਾਮ ਸੀ ਕ੍ਰਿਸ਼ਨ, ਉਹਨਾਂ ਨੇ ਗੀਤਾ ਰਚੀ ਆ, ਤੁਸੀਂ ਗੀਤਾ ਦੇ ਅਰਥ ਹੀ ਕਰ ਦਿਓ। ਉਹਨਾਂ ਦਾ ਨਾਮ ਛੋਟਾ ਕ੍ਰਿਸ਼ਨ ਕਰਕੇ ਕਹਿੰਦੇ ਨੇ, ਲੀਲਾ ਪੁਰਸ਼ੋਤਮ ਕਹਿੰਦੇ ਨੇ, ਤੁਹਾਡਾ ਨਾਮ ਹੈ 8ਵੇਂ ਗੁਰੂ ਨਾਨਕ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਐਡਾ ਵੱਡਾ ਨਾਮ ਤਾਂ ਰੱਖ ਲਿਆ, ਤੇ ਕੀ ਤੁਹਾਨੂੰ ਕੁਝ ਆਉਂਦਾ ਵੀ ਹੈ ਕਿ ਨਹੀਂ? ਗੁਰੂ ਸਾਹਿਬ ਜੀ ਉਦੋਂ ਉਹਨਾਂ ਦੀ ਉਮਰ ਬੜੀ ਛੋਟੀ ਸੀ ਭਾਵੇਂ, ਕਹਿੰਦੇ ਦੇਖੋ ਪੰਡਿਤ ਜੀ, ਮੈਂ ਤਾਂ ਕੁਝ ਕਰ ਨਹੀਂ ਸਕਦਾ, ਪਰ ਜੇ ਮੇਰਾ ਗੁਰੂ ਚਾਹੇ, ਅਕਾਲ ਚਾਹੇ, ਉਹ ਕੁਝ ਵੀ ਕਰ ਸਕਦਾ।
ਤੁਸੀਂ ਇਉਂ ਕਰੋ, ਜੇ ਮੈਂ ਕਰ ਦਿੱਤੇ ਅਰਥ ਤੁਸੀਂ ਕਹੋਗੇ ਕਿਤੋਂ ਪੜ੍ਹ ਕੇ ਕੀਤੇ ਹੋਣੇ ਆ। ਤੁਸੀਂ ਆਪਣੇ ਨਗਰ ਦੇ ਵਿੱਚੋਂ, ਪੰਜੋਖਰੇ ਦੇ ਵਿੱਚੋਂ ਹੀ ਕੋਈ ਬੰਦੇ ਨੂੰ ਲੈ ਕੇ ਆਓ, ਮੈਂ ਉਹ ਤੋਂ ਅਰਥ ਕਰਵਾ ਦੇਵਾਂਗਾ। ਫਿਰ ਇਹ ਬਾਹਮਣ ਜਿਹੜੇ ਹੁੰਦੇ ਨੇ ਨਾ, ਇਹ ਬੜੇ ਚਲਾਕ ਹੁੰਦੇ ਨੇ, ਬਹੁਤ ਜ਼ਿਆਦਾ। ਇਹਨੇ ਕੀ ਕੀਤਾ ਨਾ, ਇੱਕ ਇਹੋ ਜਿਹਾ ਬੰਦਾ ਲੱਭਿਆ ਜਿਹੜਾ ਬਿਲਕੁਲ ਮੂੜ ਸੀ। ਉਹਦਾ ਨਾਮ ਸੀ ਛੱਜੂ। ਛੱਜੂ ਉਹਨੂੰ ਕਹਿੰਦੇ ਹੁੰਦੇ ਸੀ, ਝਿਉਰ ਸੀ ਉਹ, ਤੇ ਬਿਲਕੁਲ ਨਿਦਾਨ ਜਿਹਾ, ਉਹਨੂੰ ਕੋਈ ਸਮਝ ਹੀ ਨਹੀਂ ਸੀ। ਉਹਨੂੰ ਲਿਆ ਕੇ ਮਹਾਰਾਜ ਦੇ ਸਾਹਮਣੇ ਬਿਠਾ ਦਿੱਤਾ। ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਇਹ ਪੰਡਿਤ ਦੀ ਚਲਾਕੀ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਖਾਂ 'ਚ ਅੱਖਾਂ ਪਾ ਕੇ ਆਖਿਆ ਸੀ ਉਸ ਛੱਜੂ ਝੀਵਰ ਦੇ, ਕਹਿੰਦੇ ਪਿਆਰੇ ਪੰਡਿਤ ਜੀ ਉਤਾਵਲੇ ਹੋ ਰਹੇ ਨੇ, ਗੀਤਾ ਦੇ ਅਰਥ ਸੁਣਾਓ। ਜਿਹੜੀ ਪੰਕਤੀ ਕਹਿਣਗੇ ਉਹਦੇ ਅਰਥ ਕਰਨੇ ਨੇ। ਆਪਣੀ ਜਿਹੜੀ ਛੋਟੀ ਜੀ ਛੜੀ ਸੀ, ਸੋਟੀ ਸੀ, ਉਹਦੇ ਸਿਰ ਤੇ ਰੱਖ ਦਿੱਤੀ। ਕਹਿੰਦੇ ਪਿਆਰੇ ਜੀ ਪੰਡਿਤ ਜੀ ਨੂੰ ਬੋਲ ਸੁਣਾਓ। ਮੈਂ ਪਹਿਲਾਂ ਵੀ ਆਖਿਆ ਗੁਰੂ ਮਹਾਰਾਜ ਓਏ ਕਹਿ ਕੇ ਕਦੇ ਕਿਸੇ ਨੂੰ ਸਮਝਾਉਂਦੇ ਨਹੀਂ ਸੀ। ਬਸ ਇਹ ਖਾਸੀਅਤ ਹੀ ਇਹ ਆ, ਬਾਣੀ ਦੀ ਖਾਸੀਅਤ ਹੀ ਇਹ ਆ। ਇਹਨਾਂ ਨੇ ਕਦੇ ਓਏ ਕਹਿ ਕੇ ਸਮਝਾਇਆ ਹੀ ਨਹੀਂ। ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਕਦੇ ਨਾ ਬੋਲੇ ਕੌਰਾ। ਜਦੋਂ ਆਪਦੀ ਸੋਟੀ ਰੱਖ ਦਿੱਤੀ ਤੇ ਲੱਗ ਗਿਆ ਹੈ ਛੱਜੂ ਝੀਵਰ। ਜਿਹੜੇ ਅਰਥ ਉਹਨੇ ਜਾਣ ਕੇ ਔਖੇ ਔਖੇ ਇਤਿਹਾਸਕਾਰ ਕਹਿੰਦੇ ਪੰਕਤੀਆਂ ਪੁੱਛੀਆਂ, ਜਿਵੇਂ ਗੁਰਬਾਣੀ ਵਿੱਚ ਮਹਿੰਗੀ ਬਾਣੀ ਵੀ ਆ, ਉਹਦੇ ਅਰਥ ਆਉਂਦੇ ਹੀ ਨਹੀਂ ਹੈਗੇ। ਕਈ ਦਫਾ ਸਮਝ ਹੀ ਨਹੀਂ ਆਉਂਦੇ, ਸੁਣਨ 'ਚ ਨਹੀਂ ਸਮਝ ਆਉਂਦੀ। ਕਿਤੇ ਕਿਤੇ ਬਾਣੀ ਬੜੀ ਸਰਲ ਆ, ਸੁਣਦਿਆਂ ਸਾਰ ਸਮਝ ਆ ਜਾਂਦੀ ਹੈ। ਇਵੇਂ ਭਾਗਵਤ ਗੀਤਾ 'ਚ ਉਹਨੇ ਬੜੇ ਔਖੇ ਔਖੇ ਪੰਕਤੀਆਂ ਦੱਸ ਕੇ ਪੁੱਛੇ, ਪਰ ਉਹਦੀ ਨਿਸ਼ਾ ਹੋ ਗਈ। ਬਹੁਤ ਸੋਹਣੇ ਤਰੀਕੇ ਨਾਲ ਉਹਨੇ ਅਰਥ ਕਰਕੇ ਦੱਸੇ। ਫਿਰ ਕਹਿੰਦਾ ਪੰਡਿਤ ਜਿਹਦੀ ਸੋਟੀ 'ਚ, ਜਿਹਦੀ ਛੜੀ 'ਚ ਇੰਨੀ ਤਾਕਤ ਆ, ਉਹ 'ਚ ਆਪ 'ਚ ਕਿੰਨੀ ਤਾਕਤ ਹੋਊਗੀ। ਫੇਰ ਜਾ ਕੇ ਉਹ ਚੁੱਕਿਆ। ਹੁਣ ਜਦੋਂ ਅੰਬਾਲੇ ਦੇ ਕੋਲੇ ਜ਼ਿਲ੍ਹਾ ਪੈਂਦਾ, ਉੱਥੇ ਅੰਬਾਲਾ, ਤੇ ਉੱਥੇ ਹੀ ਆ ਪਿੰਡ ਬਣਿਆ ਹੋਇਆ ਕੋਈ ਪੰਜੋਖਰਾ, ਉੱਥੇ ਸਥਾਨ ਆ ਉਹਨਾਂ ਦਾ, ਗੁਰੂ ਹਰਕ੍ਰਿਸ਼ਨ ਜੀ ਦਾ। ਜਿਹੜੇ ਬੱਚੇ ਨਹੀਂ ਬੋਲਦੇ, ਚਲੋ ਸੰਗਤ ਦੀ ਸ਼ਰਧਾ ਹੁੰਦੀ ਹੈ, ਕਈ ਲੇਟ ਨਹੀਂ ਬੋਲਣ ਲੱਗਦੇ, ਪਰ ਉੱਥੇ ਉਹਨਾਂ ਨੂੰ ਲੈ ਕੇ ਜਾਂਦੇ ਨੇ। ਉੱਥੇ ਗੁਰੂ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਜੀ ਕਿਰਪਾ ਕਰਦੇ ਨੇ। ਤਾਂ ਖੈਰੀਅਤ ਅੱਗੇ ਫਿਰ ਗੁਰੂ ਮਹਾਰਾਜ ਫਿਰ ਅੱਗੇ ਚਲੇ ਗਏ, ਅੱਗੇ ਵੱਧਦੇ ਵੱਧਦੇ ਦਿੱਲੀ ਗਏ। ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਜਦੋਂ ਮਹਾਰਾਜ ਜੀ ਗਏ ਨੇ, ਉੱਥੋਂ ਔਰੰਗਜ਼ੇਬ ਨੇ ਕਿਹਾ ਵੀ ਇਹਨਾਂ ਨੂੰ ਪਰਖੋ ਕਿ ਵਾਕਈ ਇਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਕਿ ਵਾਕਈ ਕੋਈ ਗੱਲਬਾਤ ਹੈ ਜਾਂ ਨਹੀਂ ਹੈਗੀ। ਫਿਰ ਗੁਰੂ ਮਹਾਰਾਜ ਨੇ ਪਰਖਣ ਦੇ ਵਾਸਤੇ ਨਾ ਰਾਜਾ ਉਹਨਾਂ ਨੂੰ ਆਪਣੇ ਮਹਿਲਾਂ 'ਚ ਲੈ ਆਇਆ। ਉਹਨਾਂ ਕੀ ਕੀਤਾ ਕਿ ਆਪਦੀਆਂ ਰਾਣੀਆਂ ਦੇ ਇੱਕੋ ਜਿਹੇ ਕੱਪੜੇ ਪਵਾਏ। ਇੰਨੀਆਂ ਰਾਣੀਆਂ ਸਨ, ਰਾਜਿਆਂ ਦੀਆਂ ਬਹੁਤ ਰਾਣੀਆਂ ਹੁੰਦੀਆਂ ਨੇ। ਤਾਂ ਕਹਿੰਦੇ ਜੇ ਇਹਨਾਂ ਵਿੱਚੋਂ ਜਿਹੜੀ ਪਟਰਾਣੀ ਹੁੰਦੀ ਆ, ਪ੍ਰਮੁੱਖ ਰਾਣੀ, ਉਹਨੂੰ ਇਹ ਲੱਭ ਦੇਣਗੇ ਵੀ ਕਿਹੜੀ ਆ, ਤਾਂ ਮੈਂ ਮੰਨ ਜੂੰਗਾ ਵੀ ਇਹ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਪਰਖਣਾ ਚਾਹਿਆ, ਭਾਵ ਕਿ ਜਿਵੇਂ ਕਿਸੇ ਦਾ ਆਪਾਂ ਪੇਪਰ ਲੈਂਦੇ ਆ ਵੀ ਕਿੰਨੇ ਕੁ ਜੋਗਾ ਹੈ, ਤਾਂ ਗੁਰੂ ਮਹਾਰਾਜ ਤਾਂ ਸਭ ਜਾਣਦੇ ਸਨ, ਸਾਰਿਆਂ ਨੂੰ ਸਾਜਣ ਵਾਲੇ। ਉਹਨਾਂ ਫਿਰ ਆਪਣੀ ਜਿਹੜੀ ਸੋਟੀ ਸੀ ਉਹ ਪਟਰਾਣੀ ਦੇ ਮੱਥੇ ਤੇ ਇੱਦਾਂ ਲਾ ਦਿੱਤੀ, ਕਹਿੰਦੇ ਸਿਰ ਤੇ ਰੱਖ ਦਿੱਤੀ ਵੀ ਇਹ ਆ, ਇਹ ਤੁਹਾਡੀ ਪਟਰਾਣੀ ਆ। ਉਦੋਂ ਫਿਰ ਰਾਜਾ ਜੈ ਸਿੰਘ ਨੂੰ ਯਕੀਨ ਹੋਇਆ ਕਿ ਵਾਕਈ ਇਹ ਤਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਔਰੰਗਜ਼ੇਬ ਤੇਰੇ ਸਮਝਣ 'ਚ ਕੋਈ ਭੁੱਲ ਹੋਈ ਆ। ਫਿਰ ਉਦੋਂ ਬਾਅਦ ਫਿਰ ਆਖਿਆ ਮੈਨੂੰ ਮਿਲੋ, ਮੈਨੂੰ ਮਿਲੋ। ਔਰੰਗਜ਼ੇਬ ਨੇ, ਗੁਰੂ ਸਾਹਿਬ ਕਹਿੰਦੇ ਨਹੀਂ, ਮੇਰੇ ਪਿਤਾ ਜੀ ਨੇ ਸਾਨੂੰ ਇੱਕ ਗੱਲ ਸਿਖਾਈ ਆ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ। ਤੇਰੇ ਜੈਸੇ ਨੈ ਮਲੇਸ਼ ਕੋ ਦਰਸ਼ਨ ਦੇ ਹੈ, ਤੇਰੇ ਵਰਗੇ ਨੂੰ ਮੈਂ ਮਿਲਣਾ ਹੀ ਨਹੀਂ ਹੈਗਾ। ਗੁਰੂ ਹਰਕ੍ਰਿਸ਼ਨ ਜੀ ਕਹਿੰਦੇ ਨਹੀਂ ਮਿਲਣਾ, ਮਿਲੇ ਹੀ ਨਹੀਂ। ਫਿਰ ਉਹਨੇ ਔਰੰਗਜ਼ੇਬ ਨੇ ਕਿਹਾ ਜਾਂਦਾ ਕਿ ਆਪਦੇ ਸ਼ਹਿਜ਼ਾਦੇ ਨੂੰ, ਪੁੱਤਰ ਨੂੰ, ਸ਼ਹਿਜ਼ਾਦਾ ਮੁਅੱਜ਼ਮ ਨੂੰ ਇਹਨਾਂ ਦੇ ਕੋਲੇ ਭੇਜਿਆ। ਗੁਰੂ ਮਹਾਰਾਜ ਨੇ ਫਿਰ ਹੁਣ ਬਹੁਤ ਸੋਹਣੇ ਸੋਹਣੇ ਵਿਚਾਰ ਸੁਣਾਏ, ਉਹ ਵੀ ਬੜਾ ਪ੍ਰਭਾਵਿਤ ਹੋਇਆ। ਫਿਰ ਚੇਚਕ ਦੀ ਬਿਮਾਰੀ ਫੈਲ ਗਈ ਦਿੱਲੀ 'ਚ। ਮਹਾਰਾਜ ਨੇ ਰੋਗੀਆਂ ਦੀ ਬਹੁਤ ਸੇਵਾ ਕੀਤੀ, ਭਾਵੇਂ ਬਾਲੜੇ ਨੇ ਬਹੁਤ ਜ਼ਿਆਦਾ, ਪਰ ਉਹਨਾਂ ਦੇ ਆਪਦੇ ਵੀ ਚੇਚਕ ਦੇ ਲੱਛਣ ਦਿਖਣੇ ਸ਼ੁਰੂ ਹੋ ਗਏ। ਇਸ ਪ੍ਰਕਾਰ 1664 ਈਸਵੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ
ज्योति जोत समा गए, जिन्हां दी लगभग उम्र 7 साल ते 8 महीने ते 19 दिन बनती है। 8 साल के करीब बनती इन्हां दी उम्र। जमुना के किनारे आप जी का जिहड़ा सी अंतिम संस्कार उस संगतां ने कीता। सो ऐसे हैं गुरु हरकृष्ण जी महाराज, जिस डिठे सब दुख जाए, श्री हरकृष्ण ध्याईए, जिन्हां नूं याद करन दे नाल बंदे दी जिंदगी च तब्दीली आउंदी आ, उहदे अंदर गुण पैदा हुंदे ने। इस करके दस गए कि 5 साल की उम्र दे विच बंदा गुरु बन सकता है। उम्रां दी गल नहीं, जज्बियां दी गल है। 5 साल की उम्र दे विच आप जी गुरता गद्दी ते बैठे। 7 साल 8 महीने 19 दिन, इन्नी क उम्र जिन्नी मालक ने आप जी नूं शरीर दी बख्शी। वैसे महाराज किते गए नहीं, इत्थे ही ने, जोत करके सदा ही हुंदे ने। इस शरीर दी सिर्फ उम्र आ। इन्नी उम्र भोग के आप जी सतगुर सच्चे पातशाह सचखंड विच जा विराजे। सो सानू भी सिखा गए कि बच्चे भी जिहड़े ने परमात्मा नूं पा सकदे ने। आम विद्वान कहंदे हुंदे ने 35 साल तो गांह जाके किते कोई उस्ताद बनदा, 35 साल तो उपर जाके कोई रहबर बनदा। गुरु महाराज ने सारियां गल्लां नूं पिछां करके दसता। एक बच्चा भी गुरु हो सकदा, बच्चा भगत हो सकदा है। तो कर दिता सी ध्रुव ने, प्रहलाद ने भगत सनो, पर गुरु गुरु नहीं से कोई बनिया। गुरु महाराज ने दस दिता कि बच्चे जे चाहण वो रब नूं पा सकदे ने। 5 साल की उम्र च भी, 3 साल की उम्र च भी, 10 साल की उम्र च भी, उम्र कोई होवे, तुहाडे प्यार की गल आ। सो अज गुरु हरकृष्ण जी महाराज जी का प्रकाश पुरब है। समुचे नगर वासियों नूं सतगुरु साहिब जी बालड़े प्रीतम जी के प्रकाश उत्सव की लख लख बधाई होवे जी। गुरु महाराज साडे ते किरपा करन, कीती हुई विचार हिरदियां विच वसे। असीं भी गुर शब्दां की कमाई करके आपदे जीवन नूं सोहना बनाईए ते आपदे बच्चिआं नूं इह चंगीआं सिੱਖਿਆ दईए, गुरु वाले बनाईए, गुरु दे नाल उन्हां नूं जोड़ीए। सतगुरु की जिहड़ी शान है बहुत उच्ची आ। बोलदे एक नहीं, नाना प्रकार दीयां भुल्लां हो गईयां हैं जी। गुरु की संगत ते सतगुरु जी सानूं बख्श लैण। आओ हुण आपां प्यार अदब सत्कार सहित ऐसे मालक की याद विच जुड़ना करिए, जिन्हां ने साडे लई इतना कुछ कीता, इतना कुछ कीता जिहदा असीं देण नहीं दे सकदे हां। वाहे गुरु 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 वाहे वाहे गुरु वाहे गुरु वाहे
ਗੁਰੂ ਵਾਹਿਗੁਰੂ 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 ਵਾਹਿਗੁਰੂ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ।